ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਪਿਆਰੇ ਪ੍ਰਭੂ ਜੀ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ। ਆਪ ਰਾਜਿਆਂ ਦੇ ਰਾਜਾ, ਪ੍ਰਭੂਆਂ ਦੇ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੋ। ਤੁਸੀਂ ਨਾ ਤਾਂ ਸਾਨੂੰ ਕਦੇ ਛੱਡ ਦਿਓ, ਨਾ ਕਦੇ ਤਿਆਗ ਦਿਓ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿੰਦੇ ਹੋ। ਪਰਮੇਸ਼ਰ ਪਿਤਾ, ਤੇਰੀ ਕਿਰਪਾ, ਤੇਰੀ ਭਲਾਈ ਸਾਡੇ ਉੱਤੇ ਤੇਰੇ ਪੁੱਤਰ ਦੇ ਰਾਹੀਂ ਨਿੱਤ ਪ੍ਰਤੀ ਦਿਨ ਪ੍ਰਗਟ ਹੁੰਦੀ ਹੈ। ਅੱਜ ਜਦੋਂ ਅਸੀਂ ਤੇਰੇ ਵਚਨ ਦਾ ਮਨਨ ਕਰਨ ਜਾ ਰਹੇ ਹਾਂ ਤਾਂ ਪਰਮੇਸ਼ਰ ਸਾਨੂੰ ਨੀਵਿਆਂ ਹੋ ਕੇ ਆਪ ਦੇ ਵਚਨ ਨੂੰ ਸੁਣਨ ਅਤੇ ਉਸ ਨੂੰ ਸਵੀਕਾਰ ਕਰਕੇ ਚੱਲਣ ਦੇ ਲਈ ਮਦਦ ਕਰ, ਤਾਂ ਕਿ ਅਸੀਂ ਪਰਮੇਸ਼ਰ ਪਿਤਾ ਜਦੋਂ ਤੇਰੀ ਆਮਦ ਹੋਵੇ ਤੇਰੇ ਨਾਲ ਪਰਮੇਸ਼ਰ ਪਿਤਾ ਤੇਰੇ ਰਾਜ ਵਿੱਚ ਪਾਏ ਜਾਈਏ। ਅਜਿਹਾ ਹੋਣ ਦੇ ਲਈ ਸਾਡੀ ਮਦਦ ਕਰ। ਅੱਜ ਦੇ ਵਚਨ ਨੂੰ ਪਰਮੇਸ਼ਰ ਪਿਤਾ ਸੁਣਨ ਦੇ ਵਿੱਚ ਔਰ ਬੋਲਣ ਦੇ ਵਿੱਚ, ਔਰ ਪਰਮੇਸ਼ਰ ਪਿਤਾ ਜਿੰਨੇ ਵੀ ਇਸ ਆਵਾਜ਼ ਨੂੰ ਪਰਮੇਸ਼ਰ ਪਿਤਾ ਸੁਣਦੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਆਪ ਦੀ ਨਿਹਚਾ ਦਾ ਕਾਰਜ ਹੋਣ ਦੇ ਲਈ ਮਦਦ ਕਰ, ਤਾਂ ਕਿ ਤੇਰੇ ਨਾਮ ਦੀ ਵਡਿਆਈ ਹੋਵੇ। ਇਹ ਸਭੋ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਵਚਨ ਦਾ ਜੋ ਮੈਂ ਭਾਗ ਲਿਆ ਹੈ ਉਹ ਲਿਆ ਹੈ ਇਬਰਾਨੀਆਂ ਦੀ ਪੁਸਤਕ 4 ਅਧਿਆਏ ਉਸ ਦੀ 2 ਆਇਤ ਦੇ ਵਿੱਚੋਂ। ਇੱਥੇ ਲਿਖਿਆ ਹੈ, ਕਿਉਂ ਜੋ ਸਾਨੂੰ ਖੁਸ਼ਖਬਰੀ ਸੁਣਾਈ ਗਈ ਸੀ ਜਿਵੇਂ ਉਹਨਾਂ ਨੂੰ ਵੀ, ਪਰ ਸੁਣਿਆ ਹੋਇਆ ਵਚਨ ਉਹਨਾਂ ਲਈ ਲਾਭਵੰਤ ਨਾ ਹੋਇਆ। ਇਸ ਕਰਕੇ ਜੋ ਇਹ ਸੁਣਨ ਵਾਲਿਆਂ ਵਿੱਚ ਨਿਹਚਾ ਦੇ ਨਾਲ ਨਾ ਰਚਿਆ। ਇਹ ਜਦੋਂ ਵਚਨ ਅਸੀਂ ਪੜ੍ਹਦੇ ਹਾਂ ਤਾਂ ਇਸ ਵਿੱਚ ਲੇਖਕ ਜਿਹੜਾ ਹੈ ਉਹ ਇਬਰਾਨੀਆਂ ਦੀ ਪੁਸਤਕ ਦੇ ਵਿੱਚ ਜੋ ਇਬਰਾਨੀ ਭਾਈ ਸੀ ਉਹਨਾਂ ਦੀ ਅਸਲੀਅਤ ਨੂੰ ਪ੍ਰਗਟ ਕਰਦਾ ਹੈ। ਇੱਥੋਂ ਤੱਕ ਕਿ ਮਸੀਹ ਦਾ ਸੰਦੇਸ਼ ਅਤੇ ਪਰਮੇਸ਼ਰ ਦੇ ਵਾਅਦੇ ਇੱਕ ਵਿਅਕਤੀ ਲਈ ਕਿਸੇ ਲਾਭ ਦੇ ਨਹੀਂ ਹੋਣਗੇ ਜੇਕਰ ਉਹ ਵਚਨ ਨੂੰ ਸਵੀਕਾਰ ਨਹੀਂ ਕਰਦਾ ਅਤੇ ਸੋਚੋ ਜੀਵਨ ਨੂੰ ਸਮਰਪਣ ਕਰਨ ਵਾਲੀ ਨਿਹਚਾ ਨਾਲ ਇਸ ਦਾ ਜਵਾਬ ਨਹੀਂ ਦਿੰਦਾ ਹੈ। ਦੂਸਰੀ ਗੱਲ ਅਸੀਂ ਇਸ ਦੇ ਵਿੱਚ ਵੇਖਦੇ ਹਾਂ ਕਿ ਸਾਨੂੰ ਅੰਜੀਲ ਸੁਣਾਈ ਗਈ ਸੀ। ਮਸੀਹ ਵਿੱਚ ਵਿਸ਼ਵਾਸ ਦੇ ਰਾਹੀਂ ਸਦੀਪਕ ਜੀਵਨ ਦੀ ਖੁਸ਼ਖਬਰੀ। ਇਹ ਖੁਸ਼ਖਬਰੀ ਦਾ ਮਤਲਬ ਹੈ ਮਸੀਹ ਜੀ ਉੱਠਿਆ। ਖੁਸ਼ਖਬਰੀ ਦਾ ਮਤਲਬ ਹੈ ਜੇ ਮਸੀਹ ਜੀ ਉੱਠਿਆ ਤਾਂ ਮੈਂ ਵੀ ਜੀ ਉੱਠਿਆ ਹਾਂ। ਜਿਹੜੇ ਨਿਹਚਾ ਕਰਦੇ ਨੇ ਉਹ ਉਸ ਖੁਸ਼ਖਬਰੀ ਦੇ ਨਾਲ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਹੋਣ ਦੇ ਉਸ ਵਾਅਦੇ ਦੇ ਵਿੱਚ ਸ਼ਾਮਿਲ ਹੁੰਦੇ ਨੇ, ਜਿਸ ਦਾ ਵਾਅਦਾ ਪ੍ਰਭੂ ਨੇ ਕੀਤਾ ਹੈ, ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋਵੋਗੇ। ਜਦੋਂ ਇਸ ਵਚਨ ਨੂੰ ਮੈਂ ਪੜ੍ਹਿਆ ਹੈ ਤਾਂ ਇਸ ਵਿੱਚੋਂ ਮੈਨੂੰ ਇਹੋ ਵਿਸ਼ਾ ਮਿਲਿਆ ਹੈ ਕਿ ਪ੍ਰਭੂ ਦੇ ਰਾਜ ਵਿੱਚ ਨਾ ਦਾਖਲ ਹੋਣ ਵਾਲੇ ਵਿਸ਼ਵਾਸੀ ਉਹ ਲੋਕ ਨੇ ਜਿਹੜੇ ਬਾਣੀ ਨੂੰ ਸੁਣਦੇ ਤਾਂ ਹਨ ਪਰ ਉਸ ਦੇ ਉੱਤੇ ਨਿਹਚਾ ਨਹੀਂ ਕਰਦੇ। ਇਸਰਾਈਲੀਆਂ ਨੂੰ ਵੀ ਖੁਸ਼ਖਬਰੀ ਪ੍ਰਚਾਰ ਕੀਤੀ ਗਈ ਸੀ, ਕਨਾਨ ਦੇਸ਼ ਵਿੱਚ ਆਰਾਮ ਦੀ ਖੁਸ਼ਖਬਰੀ, ਪਰ ਉਹਨਾਂ ਨੇ ਆਰਾਮ ਦੀ ਖੁਸ਼ਖਬਰੀ ਦੀ ਅੰਜੀਲ ਤੋਂ ਲਾਭ ਨਹੀਂ ਲਿਆ। ਇੱਥੇ ਆਇਤ 2 ਕਿਸ ਲਿਖਤ ਨੂੰ ਅਸੀਂ ਸਵੀਕਾਰ ਕਰਦੇ ਹਾਂ ਉਸ ਨੂੰ ਪੜ੍ਹਨ ਦੇ ਆਧਾਰਿਤ ਉਹਨਾਂ ਦੀਆਂ ਅਸਫਲਤਾਵਾਂ ਦੀਆਂ ਸੰਭਵੀ ਵਿਆਖਿਆਵਾਂ ਹਨ। ਜਦੋਂ ਅਸੀਂ ਨਿਊ ਕਿੰਗ ਜੇਮਸ ਦੇ ਅਨੁਸਾਰ ਉਹਨਾਂ ਦੀ ਅਸਫਲਤਾ ਦਾ ਕਾਰਨ ਇਹ ਸੀ ਕਿ ਸੰਦੇਸ਼ ਉਹਨਾਂ ਵਿੱਚ ਜਿਨ੍ਹਾਂ ਨੂੰ ਸੁਣਾਇਆ ਸੀ ਵਿਸ਼ਵਾਸ ਦੇ ਨਾਲ ਮਿਲਿਆ ਹੋਇਆ ਨਹੀਂ ਸੀ। ਦੂਜੇ ਸ਼ਬਦਾਂ ਵਿੱਚ ਉਹਨਾਂ ਨੇ ਇਸ 'ਤੇ ਵਿਸ਼ਵਾਸ ਨਹੀਂ ਕੀਤਾ ਜਾਂ ਇਸ 'ਤੇ ਕੰਮ ਨਹੀਂ ਕੀਤਾ ਸੀ। ਦੂਜੀ ਲਿਖਤ ਨੂੰ ਪੜ੍ਹਨਾ ਨਿਊ ਕਿੰਗ ਜੇਮਸ ਵਰਜ਼ਨ ਵਿੱਚ ਇਹ ਹੈ ਕਿ ਉਹ ਉਹਨਾਂ ਦੇ ਨਾਲ ਜਿਨ੍ਹਾਂ ਨੇ ਇਸ 'ਤੇ ਧਿਆਨ ਦਿੱਤਾ ਸੀ ਵਿਸ਼ਵਾਸ ਦੁਆਰਾ ਇੱਕ ਨਹੀਂ ਸੀ।
ਅਰਥ ਇੱਥੇ ਇਹ ਹੈ ਕਿ ਇਸਰਾਏਲੀਆਂ ਦਾ ਬਹੁਮਤ ਕਾਲੇਬ ਅਤੇ ਯਹੋਸ਼ੂਆ ਨਾਲ ਵਿਸ਼ਵਾਸ ਦੇ ਦੁਆਰਾ ਇੱਕ ਨਹੀਂ ਸੀ। ਦੋ ਭੇਤੀਏ ਜਿਨ੍ਹਾਂ ਨੇ ਪਰਮੇਸ਼ਰ ਦੇ ਵਾਅਦੇ 'ਤੇ ਵਿਸ਼ਵਾਸ ਕੀਤਾ ਸੀ। ਕਿਸੇ ਵੀ ਸਥਿਤੀ ਵਿੱਚ ਪ੍ਰਮੁੱਖ ਵਿਚਾਰ ਇਹ ਹੈ ਕਿ ਅਵਿਸ਼ਵਾਸ ਨੇ ਉਹਨਾਂ ਨੂੰ ਉਸ ਆਰਾਮ ਤੋਂ ਬਾਹਰ ਰੱਖਿਆ ਗਿਆ ਸੀ ਜਿਹੜਾ ਕਿ ਪਰਮੇਸ਼ਰ ਨੇ ਵਾਅਦੇ ਕੀਤੇ ਦੇਸ਼ ਵਿੱਚ ਉਹਨਾਂ ਲਈ ਤਿਆਰ ਕੀਤਾ ਸੀ। ਇੱਥੇ ਉਹ ਉਸ ਆਰਾਮ ਵਿੱਚ ਬੜੇ ਵੀ ਨਹੀਂ, ਸਿਰਫ ਕਾਲਬ ਅਤੇ ਯਹੋਸ਼ੂਆ ਦਾ ਪਰਿਵਾਰ ਉਸ ਦੇ ਵਿੱਚ ਗਿਆ। ਬਾਕੀ ਜਿਹੜੇ ਪੁਰਾਣੇ ਜਿਨ੍ਹਾਂ ਨੇ ਬਗਾਵਤ ਕੀਤੀ ਸੀ ਉਹ ਸਭ ਜੰਗਲ ਦੇ ਵਿੱਚ ਹੀ ਨਾਸ਼ ਹੋ ਗਏ ਸੀ। ਇਸ ਲਈ ਜਦੋਂ ਖੁਸ਼ਖਬਰੀ ਸਾਨੂੰ ਦਿੱਤੀ ਜਾਂਦੀ ਹੈ, ਜਦੋਂ ਸਾਨੂੰ ਸੰਦੇਸ਼ ਦਿੱਤਾ ਜਾਂਦਾ ਹੈ ਤਾਂ ਸਾਨੂੰ ਉਸ ਉੱਤੇ ਨਿਹਚਾ ਕਰਨੀ ਚਾਹੀਦੀ ਹੈ। ਔਰ ਆਰਾਮ ਦੇ ਵਿੱਚ ਥੋੜ੍ਹੇ ਲੋਕ ਹੀ ਅੰਦਰ ਪ੍ਰਵੇਸ਼ ਕੀਤੇ ਸੀ। ਜਿਨ੍ਹਾਂ ਇਸਰਾਏਲੀਆਂ ਦਾ ਕੁਲਬਾ ਸੀ ਉਹ ਸਭ ਉਸ ਜੰਗਲ ਦੇ ਵਿੱਚ ਨਾਸ਼ ਹੋਇਆ। ਦੂਸਰੀ ਗੱਲ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਰ ਦੇ ਵਚਨ ਦਾ ਸਭ ਤੋਂ ਚੰਗਾ ਸਿੱਖਿਅਕ ਯਿਸੂ ਮਸੀਹ ਹੈ। ਸਭ ਤੋਂ ਚੰਗਾ ਸਿੱਖਿਅਕ ਯਿਸੂ ਮਸੀਹ ਹੈ। ਜਦੋਂ ਅਸੀਂ ਲੂਕਾ ਦੀ ਅੰਜੀਲ 24 ਅਧਿਆਏ ਉਸ ਦੀ 13 ਤੋਂ 27 ਵਚਨਾਂ ਨੂੰ ਪੜ੍ਹਦੇ ਹਾਂ ਤਾਂ ਇਸ ਜਗ੍ਹਾ ਦੇ ਉੱਤੇ ਸਾਨੂੰ ਉਹ ਸੱਚਾਈ ਮਿਲਦੀ ਹੈ। ਯਿਸੂ ਮਸੀਹ ਇੱਕ ਅੱਛਾ ਸਿੱਖਿਅਕ। ਤਾਂ ਵੇਖੋ ਉੱਥੇ ਉਸੇ ਦਿਨ ਉਹਨਾਂ ਵਿੱਚੋਂ ਦੋ ਜਾਣੇ ਇਮਾਊਸ ਨਾਲੋਂ ਇੱਕ ਪਿੰਡ ਵਿੱਚ ਜਾਂਦੇ ਸਨ ਜਿਹੜਾ ਯਰੂਸ਼ਲਮ ਤੋਂ 5 ਕੋਹ ਬਾੜ 'ਤੇ ਹੈ। ਸੋ ਉਹਨਾਂ ਸਭਨਾਂ ਗੱਲਾਂ ਦੇ ਵਿਖੇ ਜੋ ਬੀਤੀਆਂ ਸਨ ਆਪੋ ਵਿੱਚ ਗੱਲਬਾਤ ਕਰਦੇ ਸਨ ਅਤੇ ਇਉਂ ਹੋਇਆ ਕਿ ਜਾਂ ਉਹ ਗੱਲ ਬਾਤ ਅਤੇ ਚਰਚਾ ਕਰਦੇ ਸਨ ਤਾਂ ਯਿਸੂ ਆਪ ਨੇੜੇ ਆਣ ਕੇ ਉਹਨਾਂ ਨਾਲ ਤੁਰਿਆ ਗਿਆ। ਪਰ ਉਹਨਾਂ ਦੇ ਨੇਤਰ ਬੰਦ ਕੀਤੇ ਗਏ ਸਨ। ਭਾਈ ਉਹ ਨੂੰ ਨਾ ਸਿਆਣ। ਉਹਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਤੁਰੇ ਜਾਂਦੇ ਹੋ, ਇਹ ਕੀ ਗੱਲਾਂ ਆਪੋ ਵਿੱਚ ਕਰਦੇ ਹੋ? ਤਾਂ ਉਹ ਉਦਾਸ ਹੋ ਕੇ ਖਲੋ ਗਏ। ਤਦ ਕਲਿਉਪਸ ਨਾਲੋਂ ਇੱਕ ਵਿਅਕਤੀ ਨੇ ਉਹਨੂੰ ਉੱਤਰ ਦਿੱਤਾ, ਭਲਾ ਤੂੰ ਇਕੱਲਾ ਯਰੂਸ਼ਲਮ ਵਿੱਚ ਓਪਰਾ ਹੈ ਅਤੇ ਅੱਜ ਕੱਲ੍ਹ ਦੀਆਂ ਵਾਰਤਾਂ ਉਸ ਵਿੱਚ ਬੀਤੀਆਂ ਹਨ ਨਹੀਂ ਜਾਣਦਾ? ਉਸ ਨੇ ਉਹਨਾਂ ਨੂੰ ਕਿਹਾ, ਕਿਹੜੀਆਂ ਵਾਰਤਾਂ? ਤਾਂ ਉਹਨਾਂ ਨੇ ਆਖਿਆ, ਯਿਸੂ ਨਾਸਰੀ ਦੇ ਵਿਖੇ ਜਿਹੜਾ ਨਵੀ ਅਰ ਨਾਲੇ ਪਰਮੇਸ਼ਰ ਅਤੇ ਸਾਰੇ ਲੋਕਾਂ ਦੇ ਅੱਗੇ ਕਰਨੀ ਅਤੇ ਵਚਨ ਵਿੱਚ ਸਮਰੱਥੀ ਸੀ। ਵਚਨ ਵਿੱਚ ਸਮਰੱਥੀ ਸੀ, ਇੱਕ ਚੰਗਾ ਸਿੱਖਿਅਕ ਸੀ। ਔਰ ਕਿਸ ਤਰ੍ਹਾਂ ਪ੍ਰਧਾਨ ਯਾਜਕਾਂ ਔਰ ਸਰਦਾਰਾਂ ਨੇ ਉਸ ਦੇ ਕਤਲ ਲਈ ਉਸ ਨੂੰ ਹਵਾਲੇ ਕੀਤਾ ਅਤੇ ਉਸ ਨੂੰ ਸਲੀਬ ਉੱਤੇ ਚਾੜ੍ਹਿਆ। ਪਰ ਸਾਨੂੰ ਇਹ ਆਸ ਸੀ ਭਾਈ ਉਹ ਹੈ ਇਸਰਾਇਲ ਦੇ ਨਿਸਤਾਰਾ ਕਰੇ ਅਤੇ ਇਹਨਾਂ ਸਭਨਾਂ ਗੱਲਾਂ ਤੋਂ ਬਾਂਝ ਐਸ਼ ਮਜ਼ਾਰੇ ਬੀਤੇ। ਅੱਜ 30 ਦਿਨ ਹੋ ਗਿਆ, ਪਰ ਸਾਡੇ ਵਿੱਚੋਂ ਕਈਆਂ ਤੀਵੀਆਂ ਨੇ ਵੀ ਸਾਨੂੰ ਹੈਰਾਨ ਕਰ ਛੱਡਿਆ ਹੈ ਕਿ ਉਹ ਤੜਕੇ ਕਬਰ ਗਈਆਂ ਅਤੇ ਉਸ ਦੀ ਲੋਥ ਨਾ ਪਾਈ। ਤਾਂ ਆਖਦੀਆਂ ਆਈਆਂ ਜੋ ਸਾਨੂੰ ਸਵਰਗਦੂਤਾਂ ਨੇ ਦਰਸ਼ਨ ਦਿੱਤਾ, ਜਿਨ੍ਹਾਂ ਆਖਿਆ ਭਾਈ ਉਹ ਜਿੰਦਾ ਹੈ। ਅਤੇ ਸਾਡੇ ਨਾਲ ਦਿਆਂ ਵਿੱਚੋਂ ਕਈ ਕਬਰ ਵਿੱਚ ਗਏ ਔਰ ਜਿਹਾ ਤੀਵੀਆਂ ਨੇ ਕਿਹਾ ਸੀ ਤਿਹਾ ਹੀ ਪਾਇਆ, ਪਰ ਉਹ ਉਸ ਨੂੰ ਨਾ ਡੱਠਾ। ਤਾਂ ਉਸ ਨੇ ਉਹਨਾਂ ਨੂੰ ਕਿਹਾ, ਹੇ ਬੇਸਮਝੋ ਅਤੇ ਨਵੀਆਂ ਦੀਆਂ ਸਾਰਿਆਂ ਵਚਨਾਂ ਉੱਤੇ ਪ੍ਰਤੀਤ ਕਰਨ ਦੇ ਵਿੱਚ ਢਿੱਲਿਓ, ਕਿ ਮਸੀਹ ਨੂੰ ਜ਼ਰੂਰੀ ਨਹੀਂ ਸੀ ਕਿ ਇਹ ਕਸ਼ਟ ਭੋਗ ਕੇ ਆਪਣੇ ਤੇਜ ਵਿੱਚ ਪ੍ਰਵੇਸ਼ ਕਰੇ ਅਤੇ ਮੂਸਾ ਔਰ ਸਭਨਾਂ ਨਵੀਆਂ ਤੋਂ ਸ਼ੁਰੂ ਕਰਕੇ ਉਹਨਾਂ ਗੱਲਾਂ ਦਾ ਅਰਥ ਦੱਸਿਆ ਜਿਹੜੀਆਂ ਸਭਨਾਂ ਪੁਸਤਕਾਂ ਵਿੱਚ ਉਹਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ। ਇੱਥੋਂ ਮੈਂ ਸਮਝਦਾ ਹਾਂ ਕਿ ਯਿਸੂ ਮਸੀਹ ਪੂਰੀ ਬਾਈਬਲ ਦਾ
ਵਿਖਿਆਤਾ ਸੀ ਅਤੇ ਇੱਕ ਚੰਗਾ ਸਿੱਖਿਅਕ ਸੀ। ਉਹ ਜੀ ਉੱਠਣ ਦੇ ਦਿਨ ਤੋਂ ਚੇਲੇ ਇਮਾਊਸ ਦੇ ਵਿੱਚ ਜਿੱਥੇ ਜਾ ਰਹੇ ਸਨ, ਜਿਹੜੀਆਂ ਇਸਤਰੀਆਂ ਕਬਰ 'ਤੇ ਗਈਆਂ ਸਨ, ਉਹਨਾਂ ਦੇ ਦੁਆਰਾ ਉਹਨਾਂ ਨੇ ਸੁਣਿਆ ਕਿ ਉਸ ਦੀ ਕਬਰ ਖਾਲੀ ਹੈ ਅਤੇ ਸਵਰਗਦੂਤਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਪ੍ਰਭੂ ਜੀ ਉੱਠਿਆ। ਚੇਲਿਆਂ ਨੇ ਇਸ ਗੱਲ 'ਤੇ ਨਿਚਾ ਨਹੀਂ ਕੀਤੀ। ਜਦ ਉਹ ਘਰ ਵਿੱਚ ਵਾਪਸ ਆ ਰਹੇ ਸਨ, ਤਦ ਯਿਸੂ ਖੁਦ ਉਹਨਾਂ ਕੋਲ ਆਇਆ ਅਤੇ ਮੂਸਾ ਤੋਂ ਲੈ ਕੇ ਸਾਰੀਆਂ ਨਬੀਆਂ ਤੋਂ ਆਰੰਭ ਕਰਕੇ ਪਵਿੱਤਰ ਬਾਈਬਲ ਵਿੱਚੋਂ ਆਪਣੇ ਵਿਸ਼ੇ ਦੀਆਂ ਗੱਲਾਂ ਦਾ ਅਰਥ ਉਹਨਾਂ ਨੂੰ ਸਮਝਾਉਣ ਲੱਗਾ। ਪਰ ਨਾ ਤਾਂ ਉਹ ਪ੍ਰਭੂ ਨੂੰ ਪਛਾਣ ਸਕੇ ਅਤੇ ਨਾ ਉਹਨਾਂ ਗੱਲਾਂ 'ਤੇ ਨਿਚਾ ਕਰ ਸਕੇ ਜੋ ਉਹਨੇ ਦੱਸੀਆਂ ਸਨ। ਉਹ ਅੰਨੇ ਹੀ ਰਹੇ, ਕਾਰਨ ਕਿ ਉਹਨਾਂ ਕੋਲ ਨਿਚਾ ਨਹੀਂ ਸੀ। ਤੁਸੀਂ ਵੀ ਕਿਸੇ ਮਹਾਨ ਅਤੇ ਪ੍ਰਸਿੱਧ ਉਪਦੇਸ਼ਕ ਦੇ ਸੰਦੇਸ਼ਾਂ ਨੂੰ ਸੁਣ ਸਕਦੇ ਹੋ, ਪਰ ਜੇਕਰ ਤੁਹਾਡੇ ਵਿੱਚ ਨਿਚਾ ਨਹੀਂ ਹੈ ਤਾਂ ਤੁਸੀਂ ਉਹਨਾਂ ਸੰਦੇਸ਼ਾਂ ਨੂੰ ਸਮਝ ਨਹੀਂ ਸਕੋਗੇ ਅਤੇ ਤੁਸੀਂ ਅੰਨੇ ਹੀ ਰਹੋਗੇ। ਪਰਮੇਸ਼ਰ ਦੇ ਵਚਨ ਨੂੰ ਨਿਚਾ ਨਾਲ ਕਬੂਲ ਕਰਨਾ ਪੈਂਦਾ ਹੈ। ਅਸੀਂ ਜਦ ਦਾਲ ਚੌਲ ਜਾਂ ਸਬਜ਼ੀ ਖਾਂਦੇ ਹਾਂ ਤਦ ਉਸ ਨੂੰ ਇੱਕੋ ਜਿਹਾ ਰਲਾ ਕੇ ਖਾਂਦੇ ਹਾਂ। ਅਸੀਂ ਉਹਨਾਂ ਨੂੰ ਅਲੱਗ-ਅਲੱਗ ਨਹੀਂ ਖਾਂਦੇ। ਇਸੇ ਤਰ੍ਹਾਂ ਜਿਵੇਂ ਜਿਵੇਂ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਜਾਂ ਸੁਣਦੇ ਹੋ, ਤਦ ਉਸ ਨੂੰ ਨਿਚਾ ਦੇ ਨਾਲ ਕਬੂਲ ਕਰਨਾ ਹੈ। ਨਿਚਾ ਨਾਲ ਆਪਣੇ ਮਨ ਵਿੱਚ ਕਹੋ, ਪ੍ਰਭੂ ਮੈਂ ਨਿਚਾ ਕਰਦਾ ਹਾਂ ਕਿ ਇਹ ਤੁਹਾਡਾ ਵਚਨ ਹੈ। ਮੈਂ ਨਿਚਾ ਕਰਦਾ ਹਾਂ ਤੁਸੀਂ ਮੇਰੇ ਨਾਲ ਗੱਲਾਂ ਕਰੋਗੇ। ਉਸ ਤੋਂ ਬਾਅਦ ਉਹ ਤੁਹਾਨੂੰ ਕੀ ਕਹਿ ਰਿਹਾ ਹੈ ਤੁਸੀਂ ਉਸ ਨੂੰ ਸਮਝ ਸਕੋਗੇ। ਅਸੀਂ ਵਚਨ ਕਲੀਸਿਆ ਦੇ ਵਿੱਚ ਬੈਠ ਕੇ ਸੁਣਦੇ ਹਾਂ। ਅਸੀਂ ਕਈ ਸਭਾਵਾਂ ਦੇ ਵਿੱਚ ਵਚਨ ਜਾ ਕੇ ਸੁਣਦੇ ਹਾਂ। ਉਸ ਗੱਲ ਦੇ ਉੱਥੇ ਅਸੀਂ ਬੜਾ ਧਾਰਮਿਕ ਖਿਆਲਾਤਾਂ ਦੇ ਨਾਲ ਅਤੇ ਧਾਰਮਿਕ ਬਣ ਜਾਂਦੇ ਹਾਂ। ਪਰ ਜਦੋਂ ਅਸੀਂ ਮੁੜ ਆਪਣੀ ਜਗ੍ਹਾ ਦੇ ਉੱਤੇ ਆਉਂਦੇ ਹਾਂ ਤਾਂ ਸਾਡਾ ਉਹ ਵਿਸ਼ਵਾਸ ਨਹੀਂ ਹੁੰਦਾ, ਸਾਡਾ ਉਸ ਵਚਨ 'ਤੇ ਧਿਆਨ ਨਹੀਂ ਹੁੰਦਾ, ਅਸੀਂ ਉਸ ਵਚਨ ਦੇ ਉੱਤੇ ਖਿਆਲ ਕਰਨ ਵਾਲੇ ਨਹੀਂ ਹੁੰਦੇ। ਪਿਆਰੋ, ਜਿਹੜੇ ਇਸ ਤਰ੍ਹਾਂ ਦੇ ਵਿਸ਼ਵਾਸੀ ਹੈ, ਪਰਮੇਸ਼ਰ ਦੀ ਬਾਣੀ ਦੱਸਦੀ ਹੈ ਉਹ ਉੱਡ ਜਾਣਗੇ, ਉਹ ਪਰਮੇਸ਼ਰ ਦੇ ਧਾਮ ਦੇ ਵਿੱਚ ਪ੍ਰਵੇਸ਼ ਨਹੀਂ ਕਰਨਗੇ। ਜਦੋਂ ਮੈਂ ਮਤੀ ਰਚੀ ਸੁਸਮਾਚਾਰ ਉਸ ਦਾ 7 ਅਧਿਆਏ ਉਸ ਦੀ 21 ਤੋਂ 23 ਆਇਤਾਂ ਤੱਕ ਪੜ੍ਹਦਾ ਹਾਂ ਤਾਂ ਇੱਥੇ ਪਰਮੇਸ਼ਰ ਦਾ ਇੱਕ ਵਚਨ ਹੈ ਜੋ ਬੜਾ ਸਾਫ਼ ਲਿਖਿਆ ਹੋਇਆ ਹੈ। ਇੱਥੇ ਕਹਿੰਦਾ, ਨਾ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸਵਰਗ ਦੇ ਰਾਜ ਵਿੱਚ ਵੜੇਗਾ, ਬਲਕਿ ਉਹ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ, ਭਾਵ ਵਚਨ ਨੂੰ ਸੁਣ ਕੇ ਉਸ ਦੇ ਉੱਤੇ ਚੱਲਦਾ ਹੈ, ਉਸ ਦੇ ਉੱਤੇ ਨਿਚਾ ਕਰਦਾ ਹੈ ਔਰ ਉਸ ਨੂੰ ਆਪਣੇ ਜੀਵਨ ਵਿੱਚ ਹਮੇਸ਼ਾ ਬਣਾਈ ਰੱਖਦਾ ਹੈ, ਉਹ ਉਸ ਰਾਜ ਵਿੱਚ ਵੜਨਗੇ। ਉਹ ਨਹੀਂ ਜਿਹੜੇ ਉਸ ਦੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਨਹੀਂ ਚੱਲਦੇ। ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੂ ਕੀ ਅਸੀਂ ਤੇਰਾ ਨਾਮ ਲੈ ਕੇ ਅਗੰਮਵਾਕ ਨਹੀਂ ਕੀਤਾ ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ। ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ, ਭਾਈ ਤੁਹਾਨੂੰ ਕਦੇ ਨਹੀਂ ਜਾਣਿਆ। ਹੇ ਬੁਰਿਆਰੋ, ਮੇਰੇ ਕੋਲੋਂ ਚਲੇ ਜਾਓ। ਅਸੀਂ ਪਰਮੇਸ਼ਰ ਦੇ ਵਚਨ ਨੂੰ ਸੁਣਦੇ ਤਾਂ ਹਾਂ ਪਰ ਉਸ ਨੂੰ ਕਬੂਲ ਨਹੀਂ ਕਰਦੇ। ਅਸੀਂ ਪਰਮੇਸ਼ਰ ਦੇ ਵਚਨ ਨੂੰ ਜਾਣਦੇ ਤਾਂ ਹਾਂ ਪਰ ਉਸ ਦੇ ਅਨੁਸਾਰ ਚੱਲਦੇ ਨਹੀਂ। ਪਰਮੇਸ਼ਰ ਦੇ ਵਚਨ 'ਚ ਸਾਫ਼ ਤੌਰ 'ਤੇ ਲਿਖਿਆ ਗਿਆ ਹੈ, ਅਜਿਹੇ ਜੋ ਵਚਨ ਦੇ ਨਾ ਕਬੂਲ ਕਰਨ ਵਾਲੇ ਨੇ, ਨਾ ਮੰਨਣ ਵਾਲੇ ਨੇ, ਉਹ ਪਰਮੇਸ਼ਰ ਦੇ ਪਰਮ ਧਾਮ ਵਿੱਚ ਨਹੀਂ ਵੜਨਗੇ, ਉਹ ਪਰਮੇਸ਼ਰ ਦੇ ਰਾਜ ਵਿੱਚ ਨਹੀਂ ਵੜਨਗੇ, ਕਿਉਂਕਿ ਉਹਨਾਂ ਨੇ ਮੁੱਖ ਦੇ ਨਾਲ, ਮੂੰਹ ਦੇ ਨਾਲ ਉਹਦਾ ਆਦਰ ਤਾਂ ਕੀਤਾ ਹੈ ਪਰ ਦਿਲੋਂ ਉਸ ਨੂੰ ਕਬੂਲ ਨਹੀਂ ਕੀਤਾ। ਮੇਰੇ ਪਿਆਰੇ ਅਜ਼ੀਜ਼, ਬਹੁਤ ਸਾਰੇ ਵਿਸ਼ਵਾਸੀ ਅਜਿਹੇ ਨੇ, ਉਹ ਆਪਣੇ ਦਿਖਾਣ ਨੂੰ ਵਿਸ਼ਵਾਸੀ ਨੇ, ਉਹ ਆਪਣਾ ਕਹਿੰਦੇ ਆ ਅਸੀਂ ਵਿਸ਼ਵਾਸੀ ਹਾਂ, ਉਹਨਾਂ ਨੇ ਬਪਤਿਸਮਾ ਲਿਆ ਹੋਇਆ ਹੈ, ਉਹਨਾਂ ਨੇ ਆਪਣੇ ਆਪ ਦੇ ਵਿੱਚ ਨਵਾਂ ਜਨਮ ਪਾਇਆ ਹੈ, ਪਰ ਉਹ ਸੰਸਾਰ ਦੇ ਵਿੱਚ ਆ ਕੇ ਸੰਸਾਰ ਦੇ ਕੰਮ ਕਰਦੇ ਨੇ, ਸੰਸਾਰ ਦੀਆਂ ਗੱਲਾਂ ਕਰਦੇ ਨੇ, ਸੰਸਾਰ ਦੇ ਨਾਲ ਮਿਲ ਕੇ ਵਿਆਹ ਕਰਦੇ ਨੇ, ਸੰਸਾਰ ਦੇ ਨਾਲ ਮਿਲ ਕੇ ਰੋਟੀਆਂ ਖਾਂਦੇ ਨੇ, ਸੰਸਾਰ ਦੇ ਨਾਲ ਮਿਲ ਕੇ ਸੰਗਤ ਕਰਦੇ ਨੇ।
ਅਜਿਹੇ ਲੋਕ ਪਰਮੇਸ਼ਰ ਦੇ ਰਾਜ ਵਿੱਚ ਨਹੀਂ ਵੜਨਗੇ, ਕਿਉਂਕਿ ਮੈਂ ਨਹੀਂ, ਪਰਮੇਸ਼ਰ ਉਹਨਾਂ ਨੂੰ ਵੇਖ ਰਿਹਾ ਹੈ। ਮੇਰੇ ਵਿੱਚ ਇਹ ਹਿੰਮਤ ਨਹੀਂ ਕਿ ਮੈਂ ਉਹਨਾਂ ਨੂੰ ਕਹਾਂਗਾ ਉਹ ਨਹੀਂ ਵੜਨਗੇ, ਪਰ ਪਰਮੇਸ਼ਰ ਜਦੋਂ ਉਹ ਦਿਨ ਆਵੇਗਾ ਉਹ ਆਪ ਉਹਨਾਂ ਦੇ ਉੱਤੇ ਆਪਣੇ ਆਪ ਨੂੰ ਉਘਾੜ ਦੇਵੇਗਾ। ਮੈਂ ਤੈਨੂੰ ਕਿਹਾ ਸੀ ਕਿ ਤੂੰ ਵਿਸ਼ਵਾਸੀ ਜੀਵਨ ਜੀਣਾ ਹੈ। ਇਸ ਧਰਤੀ ਦੇ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਕਿ ਪ੍ਰਭੂ ਹੁਣ ਤੂੰ ਮੇਰੇ ਵਿੱਚ ਜਿਉਂਦਾ ਹੈ ਅਤੇ ਹੁਣ ਮੇਰਾ ਜੀਵਨ ਮੇਰਾ ਨਹੀਂ ਤੇਰਾ ਹੈ, ਇਸ ਦਾ ਮਤਲਬ ਹੈ ਹੁਣ ਮੈਂ ਜਿਉਂਦਾ ਨਹੀਂ, ਮਸੀਹ ਮੇਰੇ ਵਿੱਚ ਜਿਉਂਦਾ ਹੈ। ਜੇ ਮਸੀਹ ਮੇਰੇ ਵਿੱਚ ਜਿਉਂਦਾ ਹੈ ਤਾਂ ਮੈਂ ਸੰਸਾਰ ਦੇ ਲੋਕਾਂ ਦੇ ਨਾਲ ਬੈਠ ਕੇ ਕਿਸ ਤਰ੍ਹਾਂ ਰੋਟੀ ਖਾ ਸਕਦਾ ਹਾਂ? ਮੈਂ ਸੰਸਾਰ ਦੇ ਲੋਕਾਂ ਦੇ ਵਿੱਚ ਜਾ ਕੇ ਉਸ ਮਸੀਹ ਨੂੰ ਕਿੱਦਾਂ ਨਿੰਦਿਤ ਕਰਕੇ ਉਹਨਾਂ ਦੇ ਨਾਲ ਮੇਲ ਮਿਲਾਪ ਕਰ ਸਕਦਾ ਹਾਂ, ਉਹਨਾਂ ਦੇ ਨਾਲ ਵਿਆਹ ਕਰ ਸਕਦਾ ਹਾਂ, ਉਹਨਾਂ ਦੀਆਂ ਸੰਗਤਾਂ ਦੇ ਵਿੱਚ ਜਾ ਕੇ ਮੈਂ ਉਹਨਾਂ ਨਾਲ ਰਲ ਸਕਦਾ? ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਅਸੀਂ ਮਸੀਹ ਨੂੰ ਧੋਖਾ ਨਹੀਂ ਦੇ ਸਕਦੇ ਹਾਂ ਪਿਆਰੋ। ਉਹ ਦਿਨ ਆਉਣ ਵਾਲਾ ਹੈ, ਉਹ ਅੱਗ ਦੀ ਤਰ੍ਹਾਂ ਸਾਡੇ ਸਾਰੇ ਕੰਮ ਨੂੰ, ਸਾਰੇ ਭੇਤ ਨੂੰ ਉਘਾੜ ਦੇਵੇਗਾ, ਕੁਝ ਵੀ ਛੁਪਿਆ ਨਾ ਰਹੇਗਾ। ਪਿਆਰੋ, ਆਪਣੇ ਆਪ ਨੂੰ ਹੁਣ ਵੀ ਉਸ ਨਿਚਾ ਦੇ ਵਿੱਚ ਆ ਜਾਓ, ਉਸ ਨਿਚਾ ਦੇ ਵਿੱਚ ਚਲੇ ਆਓ, ਕਿਉਂਕਿ ਪਰਮੇਸ਼ਰ ਇਸ ਨਿਚਾ ਦੇ ਨਾਲ ਸਾਡਾ ਨਿਆਂ ਕਰਨ ਵਾਲਾ ਹੈ। ਉਹ ਜਦੋਂ ਦੇਖੇਗਾ ਕਿ ਤੁਸੀਂ ਇਸ ਸੰਸਾਰ ਦੇ ਵਿੱਚ ਨੀਚਾਵਾਨ ਨਹੀਂ ਰਹੇ, ਮੇਰਾ ਪ੍ਰਭੂ ਇਸ ਦੁਨੀਆ ਦੇ ਵਿੱਚ ਰਿਹਾ, ਉਸਨੇ ਦੁਨੀਆ ਵਾਲੇ ਕੰਮ ਨਹੀਂ ਕੀਤੇ, ਦੁਨੀਆ ਦੇ ਨਾਲ ਉਹਨਾਂ ਨੇ ਖਾਣਾ ਨਹੀਂ ਖਾਧਾ, ਬਲਕਿ ਉਹਨਾਂ ਦੇ ਨਾਲ ਜਿਹੜੇ ਉਸ ਦੇ ਨਾਲ ਨੀਚਾ ਕਰਦੇ ਸੀ ਅਤੇ ਉਸ ਦੇ ਨਾਲ ਰਹਿੰਦਾ ਸੀ ਅਤੇ ਉਹਨਾਂ ਦੇ ਨਾਲ ਉਹ ਖਾਂਦਾ ਪੀਂਦਾ ਸੀ। ਮੇਰੇ ਪਿਆਰੇ ਅਜ਼ੀਜ਼, ਕੀ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ? ਬਾਈਬਲ ਦੇ ਵਿੱਚ ਸਾਫ਼ ਤੌਰ 'ਤੇ ਪਰਮੇਸ਼ਰ ਦਾ ਵਚਨ ਕਹਿੰਦਾ ਹੈ, ਪਰ ਸੁਣਿਆ ਹੋਇਆ ਵਚਨ ਉਹਨਾਂ ਦੇ ਲਈ ਲਾਭਵੰਤ ਨਾ ਹੋਇਆ, ਇਸ ਕਰਕੇ ਜੋ ਉਹ ਸੁਣਨ ਵਾਲਿਆਂ ਦੇ ਲਈ ਨੀਚਾ ਦੇ ਨਾਲ ਨਹੀਂ ਰਚਿਆ। ਕਿੰਨੀ ਵੱਡੀ ਗੱਲ ਹੈ ਕਿ ਉਹਨਾਂ ਨੇ ਵਚਨ ਲਾਭਵੰਤ ਨਹੀਂ ਹੋਇਆ। ਕਿਉਂ ਲਾਭਵੰਤ ਨਹੀਂ ਹੋਇਆ? ਕਿਉਂਕਿ ਉਹਨਾਂ ਨੇ ਉਸ ਵਚਨ ਨੂੰ ਸਵੀਕਾਰ ਨਹੀਂ ਕੀਤਾ, ਉਹਨਾਂ ਨੇ ਸੰਸਾਰ ਨੂੰ ਸਵੀਕਾਰ ਕੀਤਾ। ਜੇ ਮੈਂ ਇੱਦਾਂ ਨਹੀਂ ਕਰਾਂਗਾ ਤਾਂ ਮੇਰਾ ਦੋਸਤ ਰੁੱਸ ਜਾਵੇਗਾ, ਮੇਰੇ ਆਪਣਾ ਸਹੇਲੀ ਰੁੱਸ ਜਾਵੇਗੀ, ਮੇਰੇ ਆਪਣਾ ਸੱਜਣ ਮਿੱਤਰ ਮੇਰੇ ਤੋਂ ਦੂਰ ਹੋ ਜਾਣਗੇ, ਉਹ ਮੇਰੇ ਨਾਲ ਖੜੇ ਨਹੀਂ ਹੋਣਗੇ। ਜੇ ਪਰਮੇਸ਼ਰ ਦਾ ਦਾਸ ਰੋਮੀਆਂ ਦੀ ਪੁਸਤਕ ਦੇ ਵਿੱਚ ਕਹਿੰਦਾ, ਜੇ ਪਰਮੇਸ਼ਰ ਸਾਡੀ ਵੱਲ ਹੈ ਤਾਂ ਸਾਡਾ ਵਿਰੋਧੀ ਕੌਣ ਹੋ ਸਕਦਾ ਹੈ? ਅਸੀਂ ਸੰਸਾਰ ਤੋਂ ਨਹੀਂ ਬਲਕਿ ਪਰਮੇਸ਼ਰ ਤੋਂ ਡਰਨਾ ਹੈ, ਪਰਮੇਸ਼ਰ ਤੇ ਨੀਚਾ ਕਰਨੀ ਹੈ, ਕਿਉਂਕਿ ਉਹੀ ਪਰਮੇਸ਼ਰ ਜਿਹਨੇ ਮੇਰੇ ਨਾਲ ਵਾਅਦਾ ਕੀਤਾ ਹੈ ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋਵੋਗੇ, ਉਹੀ ਪਰਮੇਸ਼ਰ ਮੈਨੂੰ ਉਸ ਆਰਾਮ ਦੇ ਥਾਂ ਦੇ ਵਿੱਚ ਲੈ ਕੇ ਜਾਵੇਗਾ। ਉਹੀ ਪਰਮੇਸ਼ਰ ਨਿਆਂ ਦੇ ਸਮੇਂ ਮੈਨੂੰ ਆਪਣੇ ਨਾਲ ਖੜਾ ਕਰੇਗਾ। ਕੀ ਤੁਸੀਂ ਇਹ ਵਿਸ਼ਵਾਸ ਰੱਖਦੇ ਹੋ? ਜੇ ਤੁਸੀਂ ਵਿਸ਼ਵਾਸ ਰੱਖਦੇ ਹੋ ਤਾਂ ਤੁਸੀਂ ਸੰਸਾਰ ਦੇ ਨਾਲ ਸਮਝੌਤਾ ਨਹੀਂ ਕਰੋਗੇ, ਸੰਸਾਰ ਦੇ ਨਾਲ ਮੇਲ ਨਹੀਂ ਕਰੋਗੇ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹੈ, ਜਿਹੜਾ ਸੰਸਾਰ ਦੇ ਨਾਲ ਮੇਲ ਕਰਦਾ ਹੈ ਉਹ ਪਰਮੇਸ਼ਰ ਪੁੱਤਰ ਦਾ ਨਹੀਂ, ਜਿਹੜਾ ਪਰਮੇਸ਼ਰ ਪੁੱਤਰ ਦੇ ਨਾਲ ਮੇਲ ਕਰਦਾ ਹੈ ਉਹ ਸੰਸਾਰ ਦੇ ਨਾਲ ਨਹੀਂ। ਇਸ ਲਈ ਪਿਆਰੋ, ਫੈਸਲਾ ਤੁਹਾਡਾ ਹੈ, ਤੁਸੀਂ ਉਸ ਰਾਜ ਵਿੱਚ ਵੜਨਾ ਹੈ, ਦਾਖਲ ਹੋਣਾ ਹੈ ਜਾਂ ਨਹੀਂ। ਅੱਜ ਤੁਹਾਡੇ ਲਈ ਪਰਮੇਸ਼ਰ ਦੀ ਇਹ ਬਾਣੀ ਹੈ, ਵਚਨ ਤੁਹਾਨੂੰ ਦਿੱਤਾ ਗਿਆ ਹੈ। ਜੇ ਇਸ ਵਚਨ ਦੇ ਉੱਤੇ ਤੁਸੀਂ ਨੀਚਾ ਕਰਦੇ ਹੋ ਕਿ ਪ੍ਰਭੂ ਯਿਸੂ ਮਸੀਹ ਮੇਰੇ ਲਈ ਮਾਰਿਆ ਗਿਆ, ਗੱਡਿਆ ਗਿਆ ਅਤੇ ਤੀਸਰੇ ਦਿਨ ਜੀ ਉੱਠਿਆ, ਮੇਰਾ ਪ੍ਰਭੂ ਹੈ, ਤਾਂ ਤੁਸੀਂ ਜ਼ਰੂਰ ਉਸ ਉੱਤੇ ਵਿਸ਼ਵਾਸ ਕਰਕੇ ਚੱਲਣਾ ਹੈ। ਜੇ ਤੁਸੀਂ ਨਹੀਂ ਚੱਲਦੇ ਹੋ ਤਾਂ ਤੁਸੀਂ ਉਹਨਾਂ ਵਰਗੇ ਹੋ ਜਿਨ੍ਹਾਂ ਨੇ ਵਚਨ ਨੂੰ ਤਾਂ ਸੁਣਿਆ ਪਰ ਉਸ ਨੂੰ ਕਬੂਲ ਨਹੀਂ ਕੀਤਾ। ਜਿਨ੍ਹਾਂ ਨੇ ਕਬੂਲ ਨਹੀਂ ਕੀਤਾ ਉਹ ਪਰਮੇਸ਼ਰ ਦੇ ਰਾਜ ਤੋਂ ਬਾਹਰ ਹੋ ਗਏ। ਇਸ ਲਈ ਫੈਸਲਾ ਤੁਹਾਡਾ ਹੈ। ਜੇ ਤੁਸੀਂ ਪਰਮੇਸ਼ਰ ਦੇ ਰਾਜ ਵਿੱਚ ਦਾਖਲ ਹੋਣਾ ਚਾਹੁੰਦੇ ਹੋ ਤਾਂ ਉਸ ਉੱਤੇ ਨੀਚਾ ਕਰਕੇ ਉਹਦੀ ਆਮਦ ਤੱਕ ਵਿਸ਼ਵਾਸ ਜੋ ਰਹੋ ਤਾਂ ਤੁਸੀਂ ਦਾਖਲ ਹੋ ਜਾਓਗੇ। ਪਰਮੇਸ਼ਰ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ।